जी तू सुल्तान कहाँ हो मियाँ तेरी कवन वडाई जो तू देहे सो कहा स्वामी मैं मूरख कहन न जाई मैं मूरख की केतक बात है कोट पराधी तरियारे गुरु नानक जिन सुनिया पेखिया से फिर गर्भहास ना परियारे गुरु नानक जिन सुनिया पेखिया से फिर गर्भहास न परियारे परम सन्मान जोग जुगों जुग अटल साहिब श्री गुरु ग्रंथ साहब महाराज जी दी पावन पवित्र पाक हजूरी विच जुड़ बैठे सतसंगी जनों सतगुरां ने कृपा की है। अमृत वेले दे सजे दीवाना च संगतां ने प्रेम सहित गुरु दरबार दीयां हाजरियां भरियां गुरु घर दे कीर्तनी जिथे पासों इलाही बाणी दा हरजस कीर्तन सरवण कीता है। आओ अज कतक महीने की आरंभता है। धन धन गुरु अर्जन देव जी महाराज का उच्चारण किया होया 12 माह माज महला पंजवा कर चौथा दे सिरलेख हेठ अज 9वां शब्द जो कतक महीने के परथाए गुरु साहब जी ने उच्चारण किया है सानू पावन उपदेश बख्शे कि सिख ने अपने जिंदगी की करना है और अपने कर्मां नूं वाचन दी गुरु साहब ने इस शब्द राही प्रेरणा की है। पावन अंक 135 के उत्ते ये पावन शब्द दर्ज है। कतिक कर्म कमावने दोष न काहू जोग परमेश्वर ते भुलिया व्यापन सबे रोग। आओ संगति रूप दे विच मूल पाठ करते हैं उपरांत गुरदेव पिता जी के उपदेश नूं विचारन दा यतन करांगे। गुरफतेह दी सान करो प्यार नाल आखो जी वाहिगुरू जी का खालसा वाहिगुरू जी की फतेह। कतिक कर्म कमावणे कतिक कर्म कमावणे दोष न काहू जोग दोष न काहू जोग परमेश्वर ते भुलिया परमेश्वर ते भुलिया व्यापन सबे रोग व्यापन सबे रोग
ਵਿਜੋਗ ਵੇਮੁਖ ਹੋਏ RAM ਤੇ ਵੇਮੁਖ ਹੋਏ RAM ਤੇ ਲਗਨ ਜਨਮ ਵਿਜੋਗ ਲੱਗਨ ਜਨਮ ਵਿਜੋਗ ਖਿਨ ਮੈਂ ਕੋੜੇ ਹੋਏ ਗਏ ਖਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ ਕਿਸ ਥੈ ਰੋਵੈ ਰੋਜ ਕੀਤਾ ਕਿਛੂ ਨਾ ਹੋਵਈ ਕੀਤਾ ਕਛੂ ਨ ਹੋਵਈ ਕੀਤਾ ਕਿਛੂ ਨਾ ਹੋਵਈ ਕੀਤਾ ਕਛੂ ਨ ਹੋਵਈ ਲਿਖਿਆ ਧੁਰ ਸੰਜੋਗ ਲਿਖਿਆ ਧੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਵਡ ਭਾਗੀ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਵਿਯੋਗ ਤਾਂ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲੇ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੇ ਸਾਧ ਸੰਗ ਕਤਿਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ ਬਿਨਸੈ ਸਭੈ ਸੋਚ ਨਾਨਕ ਕੋ ਪ੍ਰਭ ਰਾਖ ਲੇਹ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੇ ਸਾਧ ਸੰਗ ਕਤਿਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ ਬਿਨਸੈ ਸਭੈ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੇ ਜੀਵਨ ਦੀ ਲੀਲਾ ਨੂੰ ਇਸ ਬਾਣੀ ਰਾਹੀਂ ਦਰਸਾਇਆ ਹੈ ਕਿ ਅਸੀਂ ਜਿਵੇਂ ਜਿਵੇਂ ਸੰਸਾਰ ਦੇ ਵਿੱਚ ਆ ਕੇ ਜਦੋਂ ਤੋਂ ਪਰਮਾਤਮਾ ਨੇ ਇਹ ਸੰਸਾਰ ਬਣਾਇਆ, ਸੰਸਾਰ ਦੇ ਵਿੱਚ ਸਾਨੂੰ ਭੇਜਿਆ, ਅਸੀਂ ਜੀਵ ਕਰਮ ਕਰਦੇ ਆ ਰਹੇ ਹਾਂ। ਉਹ ਕਰਮ ਜਿਹੜੇ ਨੇ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਕਰਮ ਉਹ ਹੈ ਜਿਹੜੇ ਮਨੁੱਖ ਦੇ ਬੰਧਨਾਂ ਨੂੰ ਕੱਟਦੇ ਹਨ। ਇੱਕ ਕਰਮ ਮਨੁੱਖ ਉਹ ਕਰ ਰਿਹਾ ਹੈ ਜਿਹੜੇ ਕਰਮ ਮਨੁੱਖ ਨੂੰ ਬੰਧਨਾਂ ਦੇ ਵਿੱਚ ਬੰਧ ਰਹੇ ਹਨ। ਜਿਹੜੇ ਕਰਮ ਮਨੁੱਖ ਦੇ ਕੀਤੇ ਹੋਏ ਕਰਮਾਂ ਨੂੰ ਕੱਟ ਰਹੇ ਹਨ, ਉਹ ਕੰਮ ਮਨੁੱਖ ਦੀ ਜ਼ਿੰਦਗੀ ਵਿੱਚ ਉਹ ਕਰਮ ਜਾਂ ਕੰਮ ਘੱਟ ਹੈ। ਜਿਹੜੇ ਕਰਮ ਸਾਨੂੰ ਬੰਧਨਾਂ ਵਿੱਚ ਬੰਨ੍ਹ ਰਹੇ ਹਨ, ਉਹ ਕਰਮ ਸਾਡੀ ਜ਼ਿੰਦਗੀ 'ਚ ਬਹੁਤਾਤ ਵਿੱਚ ਸਹਿਜ ਸੁਭਾਅ ਹੀ ਹੁੰਦੇ ਚਲੇ ਜਾ ਰਹੇ ਨੇ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ, ਜਿਹੜੇ ਕਰਮ ਸਾਨੂੰ ਬੰਧਨਾਂ ਵਿੱਚ ਬੰਨ੍ਹ ਰਹੇ ਹਨ, ਉਸ ਕਰਕੇ ਹੀ ਅਸੀਂ ਅਕਾਲ ਪੁਰਖ ਵਾਹਿਗੁਰੂ ਨਾਲੋਂ ਵਿਛੜੇ ਹੋਏ ਹਾਂ। ਕਿਉਂਕਿ ਕਰਮ ਬੰਧਨ ਪੈ ਗਿਆ ਹੈ, ਪ੍ਰਭੂ ਨਾਲੋਂ ਸਾਡਾ ਵਿਛੋੜਾ ਹੋ ਗਿਆ। ਉਸ ਨੂੰ ਹੀ ਗੁਰਦੇਵ ਨੇ ਸ਼ੁਰੂਆਤ ਤੋਂ ਸਾਨੂੰ ਸਮਝਾਇਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮਰ ਕਹਿੰਦੇ ਅਸੀਂ ਕੀਤੇ ਹੋਏ ਕਰਮਾਂ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨਾਲੋਂ ਵਿਛੜ ਗਏ। ਹੁਣ ਜਦੋਂ ਅਸੀਂ ਵਿਛੜ ਜਾਂਦੇ ਹਾਂ, ਸਾਡੀ ਜ਼ਿੰਦਗੀ 'ਚ ਦੁੱਖ ਆਉਂਦਾ ਹੈ, ਘਾਟਾ ਆਉਂਦਾ ਹੈ। ਉਸ ਵੇਲੇ ਅਸੀਂ ਪਛਤਾਉਂਦੇ ਹਾਂ। ਜਦ ਤੱਕ ਅਸੀਂ ਕਰਮ ਕਰ ਰਹੇ ਹਾਂ, ਬੰਧਨਾਂ ਵਾਲੇ ਕਰਮ, ਉਦੋਂ ਤੱਕ ਸਾਨੂੰ ਪਤਾ ਹੀ ਨਹੀਂ ਚੱਲਦਾ ਵੀ ਇਹ ਕਰਮ ਕੱਲ੍ਹ ਨੂੰ ਸਾਨੂੰ ਕੀ ਫਲ ਦੇਣਗੇ। ਜਦੋਂ ਮਨੁੱਖ ਉਹ ਫਲ ਭੋਗਦਾ ਹੈ ਕੀਤੇ ਹੋਏ ਕਰਮਾਂ ਦਾ, ਭਾਵੇਂ ਉਹ ਦੁੱਖ ਹੋਵੇ ਸੁੱਖ ਹੋਵੇ, ਕਿਉਂਕਿ ਸਾਡੇ ਕਰਮਾਂ ਅਨੁਸਾਰ ਹੀ ਹੈ
ਜੇ ਕਰਮ ਪੁੰਨ ਦਾ ਹੈ ਤੇ ਫਲ ਸੁਖ ਹੈ, ਕਰਮ ਪਾਪ ਦਾ ਹੈ ਤੇ ਫਲ ਦੁੱਖ ਹੈ। ਕਿਉਂਕਿ ਗੁਰੂਦੇਵ ਨੇ ਪਿਛਲੇ ਸ਼ਬਦ 'ਚ ਵੀ ਸਾਨੂੰ ਸਮਝਾਇਆ ਸੀ ਕਿ ਮਨੁੱਖੀ ਜੀਵਨ ਜਿਹੜਾ ਹੈ ਨਾ, ਉਹ ਇਸ ਤਰ੍ਹਾਂ ਦਾ ਹੀ ਹੈ ਕਿ ਜੈਸਾ ਬੀਜੈ ਸੋ ਲੂਣੈ, ਕਰਮਾ ਸੰਦੜਾ ਖੇਤ। ਜੋ ਅਸੀਂ ਬੀਜ ਰਹੇ ਹਾਂ ਉਸ ਦਾ ਫਲ ਸਾਨੂੰ ਭੋਗਣਾ ਹੀ ਪੈਣਾ ਹੈ। ਪਰ ਹੈਰਾਨੀ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਮਨੁੱਖ ਜਦੋਂ ਉਹ ਕਰਮ ਦਾ ਫਲ ਭੋਗ ਰਿਹਾ ਹੁੰਦਾ ਹੈ, ਉਸ ਵੇਲੇ ਇਹ ਦੋਸ਼ੀ ਜਿਹੜਾ ਹੈ, ਗੁਨਾਹਗਾਰ ਜਿਹੜਾ ਹੈ, ਦੂਜੇ ਨੂੰ ਸਾਬਿਤ ਕਰਨਾ ਚਾਹੁੰਦਾ ਹੈ ਕਿ ਇਹ ਗੁਨਾਹ ਮੇਰਾ ਨਹੀਂ, ਇਹ ਦੋਸ਼ ਮੇਰਾ ਨਹੀਂ, ਮੈਨੂੰ ਦੁੱਖ ਮਿਲਿਆ ਤੇ ਫਲਾਣੇ ਬੰਦੇ ਕਰਕੇ ਮਿਲਿਆ। ਗੁਰਦੇਵ ਪਿਤਾ ਅੱਜ ਦੇ ਸ਼ਬਦ ਵਿੱਚ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਨੇ। ਆਖਣ ਲੱਗੇ ਕਤਿਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ। ਇਹ ਭੁਲੇਖੇ 'ਚ ਨਾ ਰਹੀ, ਕਿਉਂਕਿ ਤੈਨੂੰ ਲੱਗਦਾ ਹੈ ਕਿ ਜੋ ਕਰਮ ਮੈਂ ਤਾਂ ਚੰਗੇ ਹੀ ਕਰ ਰਿਹਾ ਹਾਂ, ਇਹ ਤਾਂ ਦੂਜੇ ਦਾ ਹੀ ਦੋਸ਼ ਹੈ। ਅਸਲ ਵਿੱਚ ਹਰ ਕਰਮ ਦੇ ਪਿੱਛੇ, ਜਿੱਥੇ ਕਿ ਸਾਡੇ ਜੀਵਨ 'ਚ ਦੁੱਖ ਨੇ, ਭਾਵੇਂ ਮੈਂ ਕਰਾਂ ਭਾਵੇਂ ਤੁਸੀਂ ਕਰੋ, ਅਸਲ ਵਿੱਚ ਉੱਥੇ ਕੋਈ ਨਾ ਕੋਈ ਸਾਡਾ ਲਾਲਚ ਲੁਕਿਆ ਹੁੰਦਾ ਹੈ। ਸਾਨੂੰ ਕਈ ਵਾਰੀ ਪਤਾ ਵੀ ਹੁੰਦਾ ਵੀ ਇਹ ਕਰਮ ਦਾ ਫਲ ਕੀ ਪ੍ਰਾਪਤ ਹੋਣਾ ਹੈ। ਕਈ ਵਾਰ ਸਾਨੂੰ ਗੁਰੂ ਸਾਹਿਬ ਦੱਸ ਵੀ ਦਿੰਦੇ ਹਨ, ਪਰ ਸਾਡੀ ਲਾਲਚੀ ਬਿਰਤੀ ਹੋਣ ਕਰਕੇ ਅਸੀਂ ਕਰਮ ਬੰਧਨਾਂ ਵਿੱਚ ਬਣ ਜਾਂਦੇ ਹਾਂ। ਫਿਰ ਅਸੀਂ ਦੋਸ਼ੀ ਦੂਜੇ ਨੂੰ ਸਾਬਿਤ ਕਰਨਾ ਚਾਹੁੰਦੇ ਹਾਂ, ਕਿਉਂਕਿ ਸਾਡੀ ਬਿਰਤੀ ਕੀ ਹੈ, ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੋਰਿਓ ਫਿਰਤ ਹੈ, ਜਬ ਕਛ ਪਾਵਤ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਕੁਛ ਮਿਲ ਜਾਂਦਾ ਹੈ ਤੇ ਹੰਕਾਰ ਕਰਦਾ ਵੀ ਮੇਰੇ ਕਰਕੇ ਮਿਲਿਆ, ਮੈਂ ਪ੍ਰਾਪਤ ਕੀਤਾ। ਮਿਲਿਆ ਹੋਇਆ ਚਲਾ ਜਾਏ ਤੇ ਕਹਿੰਦਾ ਹੈ ਕਿ ਇਹ ਕਿਉਂ ਚਲਾ ਗਿਆ। ਗੁਰੂ ਸਾਹਿਬ ਜੀ ਨੇ ਆਖਿਆ, ਦੇਖ ਕੱਤਕ ਦੇ ਮਹੀਨੇ ਰਾਹੀਂ, ਇਸ ਸ਼ਬਦ ਨੂੰ ਜਿਨ੍ਹਾਂ ਨੇ ਫੋਨਾਂ ਦੇ ਵਿੱਚ ਸ਼ਬਦ ਖੋਲ੍ਹਿਆ ਹੋਇਆ ਨਾਲ ਪਾਠ ਕੀਤਾ, ਕੱਤਕ ਜਿਹੜਾ ਅੱਖਰ ਹੈ ਉਹ ਪਹਿਲੇ ਕੱਤਕ ਨੂੰ ਪੜ੍ਹਨਾ ਕੱਤਿਕ, ਪਰ ਉੱਥੇ ਤੱਤੇ ਨੂੰ ਵੀ ਸਿਆਰੀ ਲੱਗੀ ਹੈ ਤੇ ਕੱਕੇ ਨੂੰ ਵੀ ਸਿਆਰੀ ਲੱਗੀ ਹੋਈ ਹੈ। ਪਰ ਲਾਸਟ ਪੰਕਤੀ ਵਿੱਚ ਕੱਤਿਕ ਜਿਹੜਾ ਅੱਖਰ ਲਿਖਿਆ ਹੈ, ਉੱਥੇ ਕੱਕੇ ਨੂੰ ਸਿਆਰੀ ਨਹੀਂ ਲੱਗੀ ਹੋਈ, ਨਾ ਔਂਕੜ ਲੱਗੀ ਹੋਈ। ਚੈੱਕ ਕਰੋ, ਇਹ ਅਰਥਾਂ ਵਾਸਤੇ ਹੈ। ਜਦੋਂ ਪਹਿਲਾਂ ਅੱਖਰ ਨੂੰ ਕੱਕੇ ਨੂੰ ਸਿਆਰੀ, ਉਹਦਾ ਅਰਥ ਹੈ ਕਿ ਕੱਤਕ ਦੇ ਮਹੀਨੇ ਵਿੱਚ। ਇਹ ਕੱਕੇ ਦੇ ਅਰਥ ਕੀ ਹੋਏ? ਵਿੱਚ। ਮਹਾਰਾਜ ਕੱਤਕ ਦੇ ਮਹੀਨੇ ਰਾਹੀਂ ਸਾਨੂੰ ਉਪਦੇਸ਼ ਦੇ ਰਹੇ ਹਨ। ਆਖਣ ਲੱਗੇ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ। ਕਹਿੰਦੇ ਤੂੰ ਪ੍ਰਭੂ ਪਤੀ ਨਾਲੋਂ ਵਿਛੋੜਾ ਰਿਹਾ ਨਾ, ਤੂੰ ਰੱਬ ਨਾਲ ਨਾ ਮਿਲ ਸਕੀ, ਤਾਂ ਇਹ ਆਪਣੇ ਕੀਤੇ ਕਰਮਾਂ ਦਾ ਹੀ ਤੇਰਾ ਸਿੱਟਾ ਹੈ। ਕਿਉਂਕਿ ਆਪਾਂ ਤਾਂ ਕਹਿੰਦੇ ਵੀ ਰੱਬ ਨਾਲੋਂ ਵਿਛੜੇ ਹੋਏ ਹਾਂ, ਰੱਬ ਨੇ ਸਾਨੂੰ ਵਿਛੋੜ ਦਿੱਤਾ ਹੈ, ਪ੍ਰਭੂ ਨਾਲ ਸਾਡਾ ਮਿਲਾਪ ਨਹੀਂ ਹੋ ਰਿਹਾ। ਇਸ ਦੇ ਵਿੱਚ ਸਾਡੀ ਕੀ ਗਲਤੀ ਹੈ? ਰੱਬ ਸਾਨੂੰ ਦੀਦਾਰ ਹੀ ਨਹੀਂ ਦਿੰਦਾ, ਰੱਬ ਆਪਣੇ ਨਾਲ ਸਾਨੂੰ ਮਿਲਾਣਾ ਨਹੀਂ ਚਾਹੁੰਦਾ। ਗੁਰੂ ਸਾਹਿਬ ਕਹਿੰਦੇ ਨਹੀਂ ਨਹੀਂ ਜੀਵ ਇਸਤਰੀਏ, ਤੇਰੇ ਆਪਣੇ ਹੀ ਕੀਤੇ ਹੋਏ ਕਰਮਾਂ ਦਾ ਦੋਸ਼ ਹੈ। ਕਿਉਂਕਿ ਕਿਸੇ ਹੋਰ ਦੇ ਮੱਥੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਵੀ ਜੇ ਰੱਬ ਦੀ ਪ੍ਰਾਪਤੀ ਮੈਨੂੰ ਨਹੀਂ ਹੋਈ ਤੇ ਉਹਦਾ ਦੋਸ਼ੀ ਮੇਰੇ ਮਾਤਾ ਪਿਤਾ ਹੋਣ, ਸਮਾਜ ਹੋਵੇ, ਆਲਾ ਦੁਆਲਾ ਹੋਵੇ। ਮਰ ਕਹਿੰਦੇ ਨਹੀਂ, ਇਹ ਤੇਰੇ ਆਪਣੇ ਹੀ ਕੀਤੇ ਕਰਮਾਂ ਦਾ ਸਿੱਟਾ ਹੈ। ਜੇ ਤੂੰ ਪਰਮੇਸ਼ਰ ਨਾਲੋਂ ਵਿਛੜਿਆ ਹੀ ਰਿਹਾ, ਅਕਾਲ ਪੁਰਖ ਵਾਹਿਗੁਰੂ ਨਾਲੋਂ ਸਾਂਝ ਨਹੀਂ ਬਣੀ। ਤੁਸੀਂ ਵੇਖੋ, ਪ੍ਰਹਲਾਦ ਜੁੜਿਆ, ਆਲਾ ਦੁਆਲਾ ਤਾਂ ਉਸਦਾ ਵੀ ਬੜਾ ਖਤਰਨਾਕ ਹੈ। ਪਿਤਾ ਖੁਦ ਰੱਬ ਬਣ ਕੇ ਬੈਠਾ ਹੋਇਆ,
ਸੱਚੇ ਰੱਬ ਦੀ ਜੇ ਉਹ ਬੰਦਗੀ ਦੇ ਵਿੱਚ ਜੁੜਦਾ ਹੈ, ਸਿਵਸਲਾ ਕਰਦਾ, ਸਿਮਰਨ ਕਰਦਾ, ਉਹਨੂੰ ਰੋਕਿਆ ਜਾਂਦਾ ਹੈ। ਸਿਰਫ ਬਲਬਲੀ ਨਹੀਂ ਰੋਕਿਆ ਜਾਂਦਾ, ਤਸੀਏ ਦਿੱਤੇ ਜਾਂਦੇ ਨੇ। ਕਦੀ ਪਹਾੜ ਤੋਂ ਸਿੱਟਿਆ ਜਾਂਦਾ ਹੈ, ਕਦੀ ਪਾਣੀ ਦੇ ਵਿੱਚ ਡੁਬੋਇਆ ਜਾਂਦਾ ਹੈ, ਕਦੇ ਉਸ ਨੂੰ ਅੱਗ ਦੇ ਵਿੱਚ ਸਾੜਨ ਦਾ ਯਤਨ ਕੀਤਾ ਜਾਂਦਾ ਹੈ। ਪਰ ਪ੍ਰਹਲਾਦ ਸੱਚੇ ਕੰਮਾਂ ਦੇ ਪ੍ਰਤੀ ਦ੍ਰਿੜ ਨਿਸ਼ਚਾ ਕਰਕੇ ਕਰਮ ਕਰਿਆ। ਉਹ ਵੀ ਕਹਿ ਸਕਦਾ ਸੀ ਵੀ ਮੇਰੇ ਘਰ ਦਾ ਮਾਹੌਲ ਚੰਗਾ ਨਹੀਂ ਸੀ, ਮੈਂ ਨਹੀਂ ਜਪ ਸਕਿਆ, ਪਰ ਉਸਨੇ ਮਾਹੌਲ ਦਾ ਮੁਕਾਬਲਾ ਕੀਤਾ। ਇਹ ਸਾਡੇ ਸਾਹਮਣੇ ਉਦਾਹਰਨਾਂ ਨੇ। ਧਰੂ ਦੀ ਸਾਡੇ ਸਾਹਮਣੇ ਉਦਾਹਰਨ ਹੈ ਕਿ ਮਤਰੇਈ ਮਾਂ ਉਸ ਨੂੰ ਦੁਰਕਾਰਦੀ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਕਹਿੰਦੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲਿੱਤਾ। ਧਰੂ ਖੇਡਦਾ ਸੀ ਬਾਹਰ ਰਾਜ ਮਹਿਲਾਂ ਦੇ ਅੰਦਰ, ਹੱਸਦਾ ਹੋਇਆ ਆਪਣੇ ਘਰ ਆਇਆ, ਪਿਤਾ ਦੀ ਗੋਦ ਵਿੱਚ ਪਿਆਰ ਨਾਲ ਬੈਠਿਆ। ਮਤਰੇਈ ਮਾਂ ਆਈ ਹੈ, ਬਾਂਹ ਫੜ ਕੇ ਉਠਾਲ ਦਿੱਤਾ, ਇੱਥੇ ਤੇਰੇ ਬੈਠਣ ਦਾ ਅਧਿਕਾਰ ਨਹੀਂ, ਮੇਰੀ ਕੁੱਖ ਤੋਂ ਜਿਹੜਾ ਜੰਮੇਗਾ ਉਹਦਾ ਅਧਿਕਾਰ ਹੈ। ਉਹ ਆਪਣੀ ਮਾਂ ਕੋਲ ਜਾਂਦਾ ਹੈ, ਪੁੱਛਦਾ ਵੀ ਮਾਂ ਤੂੰ ਦਾਸੀ ਹੈ ਕਿ ਜਾਂ ਰਾਣੀ ਹੈ? ਕਹਿਣ ਲੱਗੀ ਬੇਟਾ ਰਾਜੇ ਦੀ ਧੀਆਂ ਰਾਜੇ ਨਾਲ ਵਿਆਹੀਆਂ, ਰਾਣੀ ਹਾਂ ਪਰ ਕਰਮਾਂ ਕਰਕੇ ਦਾਸੀਆਂ ਵਾਲੇ ਹੀ ਕੰਮ। ਹੁਣ ਮਾਂ ਇੱਕ ਗੱਲ ਦੱਸ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਕਿਹੜਾ ਉਦਮ ਕਰਾਂ, ਕਿਹੜਾ ਉਪਰਾਲਾ ਕਰਾਂ ਜਿਸ ਉਦਮ ਨਾਲ ਮੈਨੂੰ ਰਾਜ ਪਾਟ ਵੀ ਹਾਸਲ ਹੋ ਜਾਏ ਤੇ ਜਿਹੜੀ ਮੇਰੀ ਮਤਰੇਈ ਮਾਂ ਮੇਰੀ ਦੁਸ਼ਮਣ ਬਣੀ ਹੈ ਇਹ ਵੀ ਮਿੱਤਰ ਬਣ ਜਾਏ। ਕਹਿੰਦੇ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਵਿੱਤਰ ਪੁਨੀਤਾ। ਭਾਈ ਗੁਰਦਾਸ ਜੀ ਲਿਖਦੇ ਨੇ, ਮਾਂ ਨੇ ਕਿਹਾ ਪਰਮੇਸ਼ਰ ਨੂੰ ਆਰਾਧ, ਪਵਿੱਤਰ ਹੋ ਜਾਏਗਾ, ਪਾਵਨ ਹੋ ਜਾਏਗਾ, ਜੀਵਨ ਸਫਲਾ ਹੋ ਜਾਏਗਾ। ਰਾਜ ਪਾਟ ਨਹੀਂ, ਦੁਨੀਆ ਦੀ ਹਰ ਇੱਕ ਚੀਜ਼ ਤੇਰੇ ਕੋਲ ਆਵੇਗੀ। ਉਹਦੇ ਸਾਹਮਣੇ ਵੀ ਬਹੁਤ ਵੱਡੀ ਪ੍ਰੋਬਲਮ ਹੈ। ਉਹ ਵੀ ਕਹਿ ਸਕਦਾ ਵੀ ਮੈਂ ਨਾਮ ਨਹੀਂ ਜਪ ਸਕਦਾ, ਪਰ ਜਪਿਆ। ਜਿਨ੍ਹਾਂ ਨੇ ਜਪਿਆ ਕੰਡਿਆਂ ਦੀ ਸੇਜਾ ਦੇ ਉੱਤੇ ਜਪਿਆ। ਔਰ ਅਸੀਂ ਵੀ ਕਹਿੰਦੇ ਵੀ ਨਾਮ ਨਹੀਂ ਜਪ ਸਕਦੇ, ਸਾਡਾ ਘਰ ਦਾ ਮਾਹੌਲ ਠੀਕ ਨਹੀਂ ਹੈ, ਕਲੇਸ਼ ਹੈ ਘਰ 'ਚ, ਸਾਡੇ ਬੱਚੇ ਸਾਡੇ ਆਖੇ ਨਹੀਂ ਲੱਗਦੇ, ਸਾਡੇ ਘਰ ਦਾ ਮਾਹੌਲ ਨਾਮ ਜਪਣ ਵਾਲਾ ਨਹੀਂ ਹੈ, ਸਾਨੂੰ ਗੁਆਂਢੀ ਨਹੀਂ ਜਪਣ ਦਿੰਦੇ, ਸਾਨੂੰ ਫਲਾਣਾ ਨਹੀਂ ਜਪਣ ਦਿੰਦਾ। ਇਸ ਦੇ ਵਿੱਚ ਕਿਸੇ ਦਾ ਦੋਸ਼ ਨਹੀਂ। ਜਿਸ ਨੇ ਨਾਮ ਜਪਣਾ ਹੈ, ਸਾਰੀ ਪ੍ਰੋਬਲਮਾਂ ਸਮਾਜ ਦੀਆਂ ਉਸਦੇ ਉੱਤੇ ਹੋਣ ਤਾਂ ਵੀ ਉਸਨੇ ਜਪ ਲੈਣਾ। ਇਹ ਸਾਨੂੰ ਇਤਿਹਾਸ ਵਿੱਚੋਂ ਸਮਝ ਪ੍ਰਾਪਤ ਹੁੰਦੀ ਹੈ। ਨਹੀਂ ਜਪਦੇ ਅਸੀਂ ਕੱਚੇ ਹਾਂ, ਸਾਡਾ ਦ੍ਰਿੜ ਸੰਕਲਪ ਨਹੀਂ ਹੈ, ਅਸੀਂ ਪੱਕਾ ਇਰਾਦਾ ਨਹੀਂ ਕੀਤਾ ਨਾਮ ਜਪਣ ਦਾ, ਅਸੀਂ ਇਸ ਪਾਸੇ ਤੁਰੇ ਨਹੀਂ, ਇਸ ਗੱਲ ਨੂੰ ਪਰਪੱਕ ਹੀ ਨਹੀਂ ਕੀਤਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਵੀ ਤੂੰ ਪਰਮਾਤਮਾ ਦੇ ਨਾਮ ਨੂੰ ਜਪ। ਸਾਰੇ ਮਾਇਆ ਦਾ ਅਰਥ ਦਾ ਅਰਥ ਹੈ, ਮਾਇਆ ਦਾ ਮਾਲਕ ਹੈ। ਗੁਰਪੂਰੈ ਹਰ ਨਾਮ ਦ੍ਰਿੜਾਇਓ, ਬਿਨ ਨਾਮੈ ਜੀਵਨ ਵਿਰਥਾ। ਗੁਰੂ ਨੇ ਕਿਹਾ ਵੀ ਨਾਮ ਦ੍ਰਿੜ ਕਰਾਇਆ ਸੀ, ਕੀਤਾ ਹੀ ਨਹੀਂ। ਗੁਰੂ ਨੇ ਆਖਿਆ ਸੀ ਮਨੁੱਖਾ ਜੀਵਨ ਨਾਮ ਜਪਣ ਵਾਸਤੇ ਮਿਲਿਆ, ਪ੍ਰਭੂ ਦਾ ਰੂਪ ਹੋਣ ਵਾਸਤੇ ਮਿਲਿਆ। ਅਸੀਂ 100 ਕਮੀਆਂ ਆਲੇ ਦੁਆਲੇ ਵਿੱਚ ਗਿਣਾ ਦਿੰਦੇ ਹਾਂ, ਆਪਣੇ ਆਪ ਨੂੰ ਬਚਾ ਲੈਂਦੇ ਹਾਂ, ਸੁਰਖਰੂ ਹੋਣ ਦਾ ਯਤਨ ਕਰਦੇ ਹਾਂ, ਮੇਰਾ ਕੋਈ ਦੋਸ਼ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਜੀ ਪੁਕਾਰ ਕੇ ਕਹਿੰਦੇ ਨੇ, ਸਿਖਾ ਜੇ ਤੂੰ ਮੇਰੀ ਹਜ਼ੂਰੀ 'ਚ ਆਇਆ ਤੇ ਤੈਨੂੰ ਗੱਲ ਦੱਸ ਦੇਣਾ ਚਾਹੁੰਦਾ, ਦਦੈ ਦੋਸ ਨਾ ਦੇਉ ਕਿਸੈ, ਦੋਸ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਗੁਰੂ ਸਾਹਿਬ ਨੇ ਤੇ ਕੋਈ ਗੱਲ ਛੱਡੀ ਨਹੀਂ ਜਿੱਥੋਂ ਅਸੀਂ ਬਚ ਸਕੀਏ, ਅਸੀਂ ਇਹ ਕਹਿ ਕੇ ਪਾਸੇ ਹੋ ਸਕੀਏ ਵੀ ਮਹਾਰਾਜ ਮੋਹਲ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਤੇਰੇ ਕਰਮਾਂ ਦਾ ਹੀ ਦੋਸ਼ ਹੈ ਨਾ, ਨਾਮ ਤੂੰ ਨਹੀਂ ਜਪ ਰਿਹਾ ਨਾ। ਤੁਸੀਂ ਦੇਖੋ ਕਿ ਐਸੇ ਵੀ ਹੋਏ ਜਿਨ੍ਹਾਂ ਨੇ ਰਾਤ ਨੂੰ ਉੱਠ ਕੇ ਨਾਮ ਜਪਿਆ, ਸਵੇਰੇ ਆ ਕੇ ਪੈ ਜਾਣਾ, ਪਤਾ ਨਹੀਂ ਲੱਗਣ ਦੇਣਾ ਵੀ ਨਾਮ ਜਪਦਾ। ਮੈਂ ਕਈ ਐਸੇ ਪ੍ਰੇਮੀ ਦੇਖੇ, ਕਈ ਐਸੇ ਗੁਰਮੁਖ ਦੇਖੇ ਜਿਨ੍ਹਾਂ ਦਾ ਪਤਾ ਚੱਲਿਆ ਮਰਨ ਤੋਂ ਬਾਅਦ ਕਿ ਉਹ ਪੂਰੀ ਰਾਤ ਨਾਮ ਜਪਦੇ ਸਨ। ਜਦੋਂ ਉਹਨਾਂ ਦੇ ਡਾਇਰੀਆਂ ਦੇ ਵਿੱਚੋਂ ਉੱਠਣ ਦਾ ਟਾਈਮ ਲਿਖਿਆ ਵੀ इतने ਵਜੇ ਉੱਠਣਾ, 1 ਵਜੇ ਤੱਕ ਆਪਾਂ ਇਹ ਪਾਠ ਕਰਨਾ, 1 ਵਜੇ ਤੱਕ ਇਹ ਪਾਠ ਕਰਨਾ,
ਸਾਰੇ ਸਾਲ ਦਾ ਰੂਟੀਨ। ਅੱਜ मैं इतने बजे उठी, ਅੱਜ मैं इतने बजे उठिया, ये टाइमिंग सिंह इतने बजे तक भगती की। लोगों को पता नहीं चलन दिता भी भगती भी की। सवेरे उठ के फिर अपने सारे काम करने, जिन्हें करना हर एक मजबूरी विच कर लेना, और जिसने नहीं करना मेरे वर्गे ने कहना भी जो ये तो जो आला दुआला ही ठीक नहीं। इस करके गुरु अर्जन देव जी महाराज ने अज एक विचारधारा साढ़े सामने रख दी। कतिक कर्म कमावने दोष न काहू जोग। जे कतक दे महीने विच भी प्रभु नालों तेरा विछोड़ा रहा तो तेरे अपने कीते कर्मां दा सिट्टा है। किसी होर दे मत्थे कोई दोष नहीं लाया जा सकता। अगले वचन कीते परमेसर ते भुलिया व्यापन सबे रोग। महाराज आखन लगे परमेसर की याद तो खुंदिया दुनिया के सारे दुख कलेस जिंदगी विच जोर पा लेंदे हैं। इसका अर्थ स्पष्ट होया कि साडे घर जे कलेस है, साडे घर विच दुख है, तो साडे मनु परमात्मा का नाम भुलिया होया। एक बार उच्चारण करो सतनाम। रसना तो हो सकता है कन्ना च पैंदा होएगा असी गुरुद्वारे आंदे होइए, पर माफ़ करना साडे मन विच नहीं नाम टिकिया। परमेसर भुलिया होया साडे मनु। क्योंकि सियाणे कहते ने मनु ना विसरै वाहिगुरु तेरे मन तो रब ना भुले। क्योंकि मन अंदर चलना चाहिए। मार्क ने जिन्होंने परमेसर भुल गया ना, परमेसर का भुलन का अर्थ है वाहिगुरु की याद तो खुंजिया, उसकी याद नूं भुलाया। जिमें गुरुदेव के वचन ने हर विसरत सदा खुआरी, हर विसरत सदा खुआरी। हर बिसरत सदा खुआरी, हर बिसरत सदा खुआरी। हर विसरत सदा खुआरी, हर विसरत सदा खुआरी। हर बिसरत सदा खुआरी, हर बिसरत सदा खुआरी। हरे कृपा करो ताको धोखा कहाँ व्यापै, ताको धोखा कहाँ व्यापै। ताको धोखा कहाँ व्यापै, ताको धोखा कहाँ व्यापै। जाको ओट तुहारी, जाको ओट तुहारी। जाको ओट तुहारी, जाको ओट तुहारी। ये पंक्तियां परपक कालो जीवन च हरि नूं विसार के माया दे हत्थों साडी खुआरी हुंदी। पर जिन्हां ने अकाल पुरख वाहिगुरु दा आसरा ले लिया, माया दा कोई भी दुख कलेस उसनूं किसी धोखे च नहीं रख सकता। कोई विकार सानूं धोखे विच नहीं रख सकता। काम क्रोध लोभ मोह अहंकार ये सारे सानूं धोखा देंदे ने। मोह अपने ढंग नाल दे रहा है, लोभ लालच अपने ढंग नाल सानूं धोखा दे रहा है। जदों असीं अकाल पुरख की ओट लै लवांगे प्यार वाले सच जानना, इन्हां ने सानूं किसी धोखे च नहीं रखना, क्योंकि उसदे नाम च एडी ताकत है। मार्क ने तैनूं रब भुल गया ना, तो फिर याद रखी ये सारे जिहड़े दुख कलेस ने ये तेरे उत्ते आके जोर पा लेंदे ने। परमेसर ते भुलिया व्यापन सबे रोग। अंदर आपां देखिए वाहिगुरु तुसीं सानूं याद च हो साडी। बाकी सारियां चीज़ां याद ने। गुरबाणी आखदी है बंदे वास्ते सब कुछ अपना एक राम पराया। इसने सारी चीज़ों को अपना मन्निया होया है और एक अकाल पुरख वाहिगुरु के नाम नूं इसने पराया रखा होया है। फिर की होएगा जदों सब कुछ अपना बना लवांगे, एक परमेसर बेगाना हो जाएगा। तो याद रखना इको एक जीवन मिले है, ये मनुखा जीवन परमेसर दे मिलाप लई। ते जे इस मनुखा जीवन दे विच सारियां चीज़ां नूं पकड़ के रखांगे,
ਰੱਬ ਨੂੰ ਭੁਲਾ ਕੇ ਜ਼ਿੰਦਗੀ ਜੀਵਾਂਗੇ ਨਾ, ਇਹ ਮਹਾਰਾਜ ਆਖਣ ਲੱਗੇ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਜਿਹੜੇ ਪਰਮੇਸ਼ਰ ਤੋਂ ਬੇਮੁਖ ਹੋ ਗਏ, ਜਿਨ੍ਹਾਂ ਨੇ ਰੱਬ ਵੱਲੋਂ ਮੁਖ ਮੋੜ ਲਿਆ, ਤੇ ਜਿਨ੍ਹਾਂ ਨੇ ਮੁਖ ਮੋੜ ਲਿਆ ਉਹਨਾਂ ਨੂੰ ਲੰਬੇ ਵਿਛੋੜੇ ਪੈ ਜਾਂਦੇ ਹਨ। ਲੰਬੇ ਵਿਛੋੜੇ ਕਿਉਂ ਕਹਿ ਰਹੇ ਨੇ? ਕਿ ਅੱਜ ਤੇਰੇ ਕੋਲ ਮਨੁੱਖਾ ਜੀਵਨ ਹੈ, ਇਸ ਮਨੁੱਖਾ ਜੀਵਨ ਦੇ ਵਿੱਚ ਜੇ ਰੱਬ ਨੂੰ ਨਾ ਮਿਲ ਸਕਿਆ, ਇਸ ਮਨੁੱਖਾ ਜੀਵਨ ਵਿੱਚ ਪਰਮੇਸ਼ਰ ਨਾਲੋਂ ਵਿਛੜਿਆ ਹੀ ਰਿਹਾ, ਫਿਰ 1,84 ਭਰਮਤਿਆਂ ਦੁਰਲਭ ਜਨਮ ਪਾਏ ਹੋਏ, ਫਿਰ ਉਹਦੀ 84 ਲੱਖ ਜੂਨਾਂ ਦਾ ਗੇੜਾ, ਉਸ ਤੋਂ ਬਾਅਦ ਫਿਰ ਕਿਤੇ ਜੀਵਨ ਮਿਲੇਗਾ, ਫਿਰ ਤਾਂ ਜਾ ਕੇ ਕਿਤੇ ਫਿਰ ਮਿਲਾਪ ਦੀ ਆਸ ਵੱਜੇਗੀ। ਪਹਿਲਾਂ ਹੀ ਕਿਤਨਾ ਲੰਬਾ ਸਮਾਂ ਹੋ ਗਿਆ ਪਰਮੇਸ਼ਰ ਨਾਲੋਂ ਵਿਛੜਿਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ। ਮਾਂ ਕਹਿੰਦੇ ਮਿਲ ਜਗਦੀਸ਼ ਮਿਲਨ ਕੀ ਬਰਿਆ, ਚਰੰਕਾਲ ਇਹ ਦੇਹ ਸੰਜਰਿਆ। ਬੜੇ ਲੰਬੇ ਸਮੇਂ ਤੋਂ ਬਾਅਦ ਤੈਨੂੰ ਦੇਹੀ ਹਾਸਲ ਹੋਈ ਹੈ, ਔਰ ਜੇ ਹੁਣ ਵੀ ਇਸ ਜੀਵਨ ਵਿੱਚ ਤੂੰ ਪ੍ਰਾਪਤ ਨਹੀਂ ਕੀਤਾ ਨਾ, ਫਿਰ ਤੈਨੂੰ ਲੰਬੇ ਵਿਛੋੜੇ ਪੈ ਜਾਣੇ ਹਨ। ਫਿਰ ਕਿਤਨਾ ਸਮਾਂ ਰੱਬ ਤੋਂ ਤੂੰ ਵਿਛੜਿਆ ਰਹੇਗਾ, ਸੰਸਾਰ ਦੇ ਵਿੱਚ ਵੱਖ-ਵੱਖ ਜੂਨਾਂ 'ਚ ਧੱਕੇ ਖਾਂਦਾ ਫਿਰੇਗਾ, ਮਿਲਾਪ ਨਹੀਂ ਹੋਣਾ। ਫਿਰ ਇੱਕ ਦਿਨ ਐਸਾ ਆਏਗਾ, 4 ਪੈਰ 2 ਸਿੰਗ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠਿੰਗਾ ਪਰ ਹੈ, ਤਬ ਕਤ ਮੂੰਹ ਲੁਕਾਈ ਹੈ। ਹੁਣ ਤੇ ਨਾ ਮੂੰਹ ਲੁਕਾ ਕੇ ਬੰਦਾ ਲੰਘ ਜਾਂਦਾ ਹੈ। ਕਈ ਵਾਰੀ ਦਾਸ ਖੜਾ ਹੁੰਦਾ ਨਾ, ਕਈ ਬੰਦੇ ਵੀ ਭਾਈ ਸਾਹਿਬ ਕਿਤੇ ਬੁਲਾ ਨਾ ਲੈਣ, ਪੁੱਛ ਨਾ ਲੈਣ ਵੀ ਤੁਸੀਂ ਗੁਰਦੁਆਰੇ ਕਿਉਂ ਨਹੀਂ ਆਉਂਦੇ, ਉਹ ਮੂੰਹ ਲੁਕਾ ਕੇ ਦੂਜੇ ਪਾਸੇ ਲੱਗ ਜਾਂਦੇ ਨੇ। ਜੋ ਕਿ ਮੇਰਾ ਆਪਣਾ ਕੋਈ ਦੇਹ ਨਹੀਂ ਹੈ, ਮੈਂ ਪੁੱਛਾਂਗਾ ਵੀ ਤੇ ਇਸ ਕਰਕੇ ਪੁੱਛਾਂਗਾ ਕਿਉਂਕਿ ਗੁਰੂ ਨਾਲ ਜੋੜਨਾ ਹੈ, ਆਪਣੇ ਨਾਲ ਤਾਂ ਆਪਾਂ ਜੋੜਨਾ ਨਹੀਂ ਨਾ ਕਿਸੇ ਨੂੰ। ਪਰ ਕਈ ਬੰਦੇ ਐਡੀ ਚਲਾਕੀ ਨਾਲ ਜਾਂਦੇ ਨੇ ਜਿਵੇਂ ਕਿ ਉਹ ਸਮਝਦੇ ਵੀ ਭਾਈ ਸਾਹਿਬ ਦਾ ਕੋਈ ਆਪਣਾ ਕੋਈ ਲੈਣਾ ਦੇਣਾ। ਹੁਣ ਤੂੰ ਮੁੱਖ ਲੁਕਾ ਲਏਗਾ, ਹੁਣ ਤੂੰ ਬਚ ਕੇ ਲੰਘ ਜਾਏਗਾ, ਗੁਰਦੁਆਰੇ ਵਾਲੇ ਪਾਸੇ ਨਹੀਂ ਵੀ ਵੇਖੇਗਾ। ਯਾਦ ਰੱਖੀ, ਜਦ 4 ਪੈਰ ਹੋਣਗੇ, 2 ਸਿਰ 'ਤੇ ਸਿੰਘ ਹੋਣਗੇ, ਮੁਖ ਗੂੰਗਾ ਹੋਏਗਾ, ਸਿਰ ਦੇ ਵਿੱਚ ਡੰਡਾ ਵੱਜੇਗਾ, ਉਸ ਵੇਲੇ ਆਪਣੇ ਮੁਖ ਨੂੰ ਕਿੱਥੇ ਲੁਕਾਏਗਾ? ਭਗਤ ਕਬੀਰ ਸਾਹਿਬ ਕਹਿੰਦੇ ਨੇ, 4 ਪੈਰ 2 ਸਿੰਘ ਗੁੰਗ ਮੁਖ, ਤਬ ਕਤ ਮੂੰਹ ਲੁਕਾਈਏ। ਨਾ ਫਿਰ ਉੱਠ ਤੇ ਬੈਠ ਠਿੰਗਾ ਪਰ ਹੈ, ਉੱਠਦਿਆਂ ਬੰਦੇ ਡੰਡਾ ਵੱਜੂ ਤੇਰੇ। ਉਸ ਵੇਲੇ ਤੂੰ ਆਪਣੇ ਆਪ ਨੂੰ ਕਿਵੇਂ ਬਚਾਏਗਾ? ਅੱਜ ਤਾਂ ਸਾਡੇ ਕੋਲ ਬੜੇ ਬਹਾਨੇ ਨੇ, ਗੁਰਦੁਆਰੇ ਨਾ ਆਉਣ ਦੇ, ਬਾਣੀ ਨਾ ਪੜ੍ਹਨ ਦੇ, ਸੇਵਾ ਨਾ ਕਰਨ ਦੇ। ਉਸ ਵੇਲੇ ਕੋਈ ਬਹਾਨਾ ਨਹੀਂ ਤੇਰੇ ਕੋਲ, ਉਸ ਵੇਲੇ ਤੇਰੇ ਕੋਲ ਸਮਾਂ ਹੀ ਨਹੀਂ। ਤੂੰ ਯਤਨ ਕਰੇਂਗਾ ਵੀ ਹੁਣ ਕਿਤੇ ਕੋਈ ਖੇਡ ਬਣ ਜਾਏ, ਨਹੀਂ ਬਣਨੀ। ਹੁਣ ਤੇ ਤੂੰ ਬੜਾ ਚਲਾਕੀ ਨਾਲ ਕਹਿੰਦਾ ਵੀ ਇਹ ਕੰਮ ਸੀ, ਇਹ ਕੰਮ ਸੀ, ਇਹ ਕੰਮ ਸੀ, ਨਹੀਂ ਆ ਸਕਿਆ, ਕਿਉਂਕਿ ਬੰਦਾ ਬੜਾ ਚਲਾਕ ਹੈ। ਗੁਰਦੇਵ ਪਿਤਾ ਸਾਨੂੰ ਸਮਝਾਉਂਦੇ ਨੇ, ਭਾਈ ਜੇ ਇਹ ਮਨੁੱਖਾ ਜੀਵਨ 'ਚ ਮਿਲਾਪ ਨਹੀਂ ਹੋਇਆ ਨਾ, ਫਿਰ ਲੰਬੇ ਵਿਛੋੜੇ ਹੋ ਜਾਣੇ ਹਨ। ਕਿਉਂਕਿ ਇਸ ਪੌੜੀ ਤੇ ਜੋ ਨਰ ਚੁੱਕੈ, ਆਏ ਜਾਏ ਦੁੱਖ ਪਾਇਣ ਦਾ। ਇੱਕ ਪੌੜੀ ਹੈ ਮਨੁੱਖਾ ਜੀਵਨ, ਜਿਸ 'ਤੇ ਚੜ੍ਹ ਕੇ ਅਸੀਂ ਰੱਬ ਦੇ ਘਰ 'ਚ ਪ੍ਰਵੇਸ਼ ਕਰਨਾ। ਤੇ ਜੇ ਇਹ ਮਨੁੱਖਾ ਜੀਵਨ ਰੂਪੀ ਪੌੜੀ ਤੂੰ ਐਂ ਹੀ ਗਵਾ ਦਿੱਤੀ ਨਾ, ਇਸ 'ਤੇ ਚੜ੍ਹਿਆ ਹੀ ਨਹੀਂ, ਪੌੜੀ ਤਾਂ ਮਿਲ ਗਈ ਪਰ ਤੂੰ ਆਲਸ ਵਿੱਚ ਹੀ ਜੀਵਨ ਬਤੀਤ ਕਰ ਲਿਆ, ਵਾਸਨਾਵਾਂ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਲਈ, ਫਿਰ ਲੰਬੇ ਵਿਛੋੜੇ ਪੈ ਜਾਣੇ ਹਨ। ਮਿਲਾਪ ਲਈ ਤਰਸੇਂਗਾ, ਪਹਿਲਾਂ ਵੀ ਤਰਸੇ ਹੈ ਜਦੋਂ ਮਾਤਾ ਦੇ ਗਰਭ ਵਿੱਚ ਤਰਲੇ ਲੈਂਦਾ ਸੈਂ ਕਿ ਸੰਸਾਰ ਵਿੱਚ ਭੇਜ, ਮੈਂ ਜਾ ਕੇ ਨਾਮ ਜਪਾਂਗਾ। ਅਸੀਂ ਸਾਰਿਆਂ ਨੇ ਉੱਥੇ ਤਰਲੇ ਲਏ ਹੋਣੇ ਨੇ, ਯਾਦ ਰੱਖਿਓ। ਅਸੀਂ ਉੱਥੇ ਰੱਬ ਨੂੰ ਇਹ ਵਾਅਦਾ ਕੀਤਾ ਹੋਣਾ ਕਿ ਸੰਸਾਰ ਵਿੱਚ ਜਾ ਕੇ ਅਸੀਂ ਬੰਦਗੀ ਕਰਾਂਗੇ, ਕਿਉਂਕਿ ਕੁੰਭੀ ਨਰਕ ਭੋਗ ਰਹੇ ਸਨ। ਮਾਤਾ ਦੇ ਸਰੀਰ ਦਾ ਸਾਰਾ ਗੰਦਬੰਦ ਸਾਡੇ ਮੁਖ ਦੇ ਅੱਗੇ ਨੂੰ ਲੰਘ ਰਿਹਾ ਸੀ। ਅਸੀਂ ਬੜੇ ਤਰਲੇ ਲਏ ਹੋਣਗੇ, ਪਰ ਸੰਸਾਰ ਦੇ ਵਿੱਚ ਆ ਕੇ ਕੀ ਕੀਤਾ ਕਿ ਉਹ ਗੱਲਾਂ ਭੁੱਲ ਹੀ ਗਈਆਂ ਸਾਨੂੰ। ਇਸ ਕਰਕੇ ਮਹਾਰਾਜ ਸਾਨੂੰ ਸਮਝਾ ਰਹੇ ਨੇ, ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ,
ਤੇ ਯਾਦ ਰੱਖੀ, ਜਿਨ੍ਹਾਂ ਸੰਸਾਰ ਦੇ ਵਿੱਚ ਖਚਿਤ ਹੋ ਕੇ ਖਿਨਮੈ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹੜੇ ਮਾਇਆ ਦੇ ਭੋਗਾਂ 'ਚ ਗਲਤਾਨ ਹੈ ਨਾ, ਜਦੋਂ ਤੂੰ ਸੰਸਾਰ 'ਚ ਆਇਆ, ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਪਹੀਆ ਭਾਬੀ ਵੇਵ, ਚੌਥੇ ਪਿਆਰ ਉਪੰਨੀ ਖੇੜ, पंजवें खान पीन की तात, छेवें काम न पूछे जात, सतवें संच किया कर वास, अठवें क्रोध हुआ तन्नास, नौवें धोले उबे सा, दसवें दद्दा हुआ स्वा। इदां ही जीवन बतीत कर लेगा। तो जदों आखिरला वक्त आएगा ना, जदों डॉक्टर जवाब दे दिंदा है, बंदे दे श्वास चल रहे होंदे ने, उस वेले उसदे कोल केवल पछतावा हुंदा है। वो सारियां चीज़ां उन्होंने बेअर्थ लगदियां, घर किसी अर्थ नहीं लगता, बैंक च पए पैसे किसी अर्थ नहीं लगते, कोई भी चीज़ उन्होंने चंगी नहीं लगती, फिर परिवार कोई चंगा नहीं लगता, सब व्यर्थ लगता है। जिन्हां दे पिछे असीं नाम नूं भुला दिंदे। मार कहंदे खिनमै कोड़े होए गए जितड़े माया भोग। माया दे भोगां विच लग के रब नूं विसारिया ना, एक खिन मात्र समय दे विच कोड़े हो जाणगे। हुण तां मिठे लग रहे ना, परिवार मिठा लग रहा, तन मिठा लग रहा, पदार्थां दे स्वाद मिठे लग रहे ने। गुरु अर्जन देव जी महाराज कहंदे ये तां एक खिन दे विच कोड़े हो जाने सारे। खिन में कोड़े होए गए जितड़े माया भोग। जिन्हें ये माया दे भोग ने, ये सारे तैनूं फिर कोड़े लगने हैं। क्यों? क्योंकि जदों माया दी मुजां दे विच असीं रब नूं भुलांदे हैं ना, तां उस वेले जदों दुख आ जांदा है, जदों आखिरला वक्त आ जांदा है, उस वेले ये कोई भी अर्थ नहीं रहिंदे। दास आप भोगी है और दास संगत विच विचर रहे इतने सालों तो, ये दास का अनुभव होया जीवन दे विच। मरण की गल तां तुसीं छड्डो, मरण तो पहलां भी जदों सानूं कोई दुख तकलीफ रोग लग जांदा ना, तां भी ये सब कुछ व्यर्थ लगन लग पैंदे, किसी अर्थ नहीं हैं। परिवार किसी अर्थ नहीं लगता, जमीन जायदाद किसी अर्थ नहीं लगती। एक एहसास हो जाता हुण तो चले ही जाना है ना। उस वेले असीं देखते हैं साडे विचों दान पुण्य सेवा सिमरन सारियां चीज़ां आ जांदियां। सारे नाल असीं मिठे बोलन लग पैंदे हैं, सारिਆਂ ਨੂੰ प्यार करन लग पैंदे हैं। पहलां ਉਹੀ ਹੁੰਦੇ हर एक ਨੂੰ ਕੋੜਾ बोलते हैं, माड़ा बोलते हैं, उस तो बाद सब दे नाल प्यार हो जाता है। पर जे मौत आ जाए, गुरु साहब कहते ने जदों तेरा वो समा आना है ना, तो याद रखी जिहड़ी माया दी मौजां दे खातर रब नूं भुलाया, एक पल दे विच दुखदाई हो जानी है। और याद रखें फिर विच ना कोई कर सके किसते रोवें रोज। कहंदे उस दुखी हालत विच, क्योंकि दुखी बंदा कल्ला हुंदा है, फिर उसनूं ही मारन ने आख्या, कहंदे सुख में बहुत संगी पहे दुख में संग ना कोई। सुख दे विच सारे संगी सी, हुण दुख दे विच कल्ला ही दुखी हो रहा है, कल्ला ही सोची जा रहा है, मैं कोई चंगा काम नहीं किया, मैं कोई परोपकार नहीं किया, मैं कोई सेवा नहीं की, मैं कोई दान पुण्य नहीं किया, मैं चंगा कर सकता सी पर बच्चों के पिछे पूरी जिंदगी लगा दी। इस पासे ही लग्या रहा, बहु पर पंज कर पड़धन लियावे, सुतदारा पै आन लुटावे, मन मेरे भूले कपट न कीजै, अंत निवेरा तेरे जी पै लीजै, छिन छिन तन छीजै जरा जनावै, तब तेरी ओग कोई पानियों ना पावे। कह कबीर कोई नहीं तेरा, हृदय राम की ना जपै सवेरा। एहसास हो गया बंदे नूं, सच्ची हुण कोई साथी नहीं है, सारे साथ छड़ गए। और हैरानी की गल कि उस वेले तां परिवार के सारे सज्जन ही दूर नूं भजदे ने, नेड़े कोई नहीं आना चाहता। गुरु साहब ने हुण एक गल याद रखी, हुण दुखी हालत विच जदों दुख कीते होए कर्मां दा एहसास कर रहे हैं, तुसीं भी जिंदगी कई बार ये कीता होएगा, जीवन दे विच जदों अपने कीते कर्मां दा एहसास कीता होएगा, दुखी होए होंगे। उस दुखी अवस्था विच कोई साडी विचोलगी नहीं करता,
ਕਿਸੇ ਪਾਸ ਵੀ ਨਿਤ ਰੋਣ ਦਾ ਕੋਈ ਲਾਭ ਨਹੀਂ ਹੁੰਦਾ। ਜੇ ਆਪਾਂ ਇਹਨੂੰ ਰੋਈਏ ਵੀ ਹਾਲ ਤਾਂ ਅਸੀਂ ਦੇਖਦੇ ਹੀ ਹਾਂ, ਅਸੀਂ ਬਿਮਾਰ ਹੋ ਗਏ, ਕੋਈ ਘਰ 'ਚ ਕੋਈ ਕਲੇਸ਼ ਚੱਲ ਰਿਹਾ ਅਤੇ ਜਿਹੜਾ ਵੀ ਘਰ ਆਉਂਦਾ ਹਰ ਇੱਕ ਨੂੰ ਦੱਸਦੇ ਹਾਂ। ਸਾਡੇ ਬੱਚੇ ਆਖੇ ਨਹੀਂ ਲੱਗਦੇ ਜੀ, ਸਾਨੂੰ ਰੋਟੀ ਨਹੀਂ ਦਿੰਦੇ। ਮੈਂ ਲੋਕਾਂ ਦੇ ਘਰ ਜਾਂਦਾ ਨਾ, ਮਾਤਾਵਾਂ ਮਿਲਦੀਆਂ, ਬਜ਼ੁਰਗ ਮਿਲਦੇ ਨੇ, ਉਹਨਾਂ ਦੇ ਬਹੁਤ ਸਾਰੀ ਐਸੀ ਗੱਲਾਂ ਹੁੰਦੀਆਂ ਨੇ, ਜਦੋਂ ਉਹ ਦੱਸਦੇ ਨੇ ਆਪਣਾ ਰੋਣਾ ਸ਼ੁਰੂ ਕਰ ਦਿੰਦੇ ਨੇ। ਦੇਖੋ ਇਹ ਸੰਸਾਰ ਹੈ, ਗੁਰਬਾਣੀ ਕਹਿੰਦੀ ਹੈ ਕਿ ਦੁੱਖ ਕੀ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਜਦੋਂ ਪੰਡਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਨਾ, ਫਿਰ ਪਤਾ ਲੱਗਦਾ ਇਸ ਬੰਦੇ ਕੋਲ ਕੋਈ ਸੁੱਖ ਨਹੀਂ ਹੈ, ਸਾਰੇ ਦੁੱਖ ਹੀ ਦੁੱਖ ਨੇ, ਬੜੇ ਦੁੱਖ ਸਮਾ ਕੇ ਬੈਠਾ ਹੋਇਆ, ਐਡੇ ਦੁੱਖ ਦੇ ਵਿੱਚ ਜੀਵਨ ਜੀ ਰਿਹਾ। ਮਹਾਰਾਜ ਕਹਿੰਦੇ ਨੇ ਹੁਣ ਵਿੱਚ ਨਾ ਕੋਈ ਕਰ ਸਕੇ, ਹੁਣ ਕਿਸੇ ਪਾਸ ਜਾ ਕੇ ਨਿਤ ਰੋਣ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਹੁਣ ਕਿਸੇ ਨੇ ਤਾਂ ਉਹਨਾਂ ਦੁੱਖਾਂ ਨੂੰ ਦੂਰ ਕਰਨਾ ਨਹੀਂ ਹੈ। ਤੂੰ ਆਪਣੇ ਕਰਮਾਂ ਕਰਕੇ ਹੀ ਵਿੱਥ ਵਧਾਈ ਹੈ ਨਾ, ਪਰਿਵਾਰ ਨਾਲ, ਸਮਾਜ ਨਾਲ, ਸੱਚ ਨਾਲ ਤੂੰ ਆਪ ਹੀ ਟੁੱਟਿਆ ਨਾ। ਦੇਖੋ ਸਾਨੂੰ ਜੀਵਨ ਨੂੰ ਬੈਲੈਂਸ ਵਿੱਚ ਰੱਖਣਾ ਹੈ, ਸਮਾਜ, ਪਰਿਵਾਰ, ਧਰਮ, ਇਹ ਤਿੰਨ ਚੀਜ਼ਾਂ ਨੂੰ ਬੈਲੈਂਸ 'ਚ ਰੱਖਦੇ ਹੋਏ ਤੁਰਨਾ ਹੈ। ਸਾਰੀਆਂ ਚੀਜ਼ਾਂ ਨੂੰ ਇੱਕ ਬਰਾਬਰ ਰੱਖਾਂਗੇ, ਜੀਵਨ ਵਧੀਆ ਰਹੇਗਾ। ਇੱਕ ਪਾਸੇ ਤੁਰ ਪਵਾਂਗੇ, ਦੂਜਾ ਪਾਸਾ ਛੱਡ ਦੇਵਾਂਗੇ, ਕਦੇ ਸੁਖੀ ਨਹੀਂ ਹੋ ਸਕਦੇ। ਕਈ ਧਰਮ ਨੂੰ ਇਕੱਲੇ ਤੁਰ ਪਏ, ਉਹ ਪਰਿਵਾਰ ਛੱਡ ਕੇ ਉਹ ਵੀ ਦੁਖੀ ਨੇ, ਮਾਫ ਕਰਨਾ। ਕਈ ਜੋ ਸਮਾਜ ਪਾਸੇ ਤੁਰ ਪਏ, ਪਰਿਵਾਰ ਛੱਡ ਦਿੱਤਾ, ਉਹ ਵੀ ਦੁਖੀ ਨੇ। ਕਈ ਪਰਿਵਾਰ ਅਤੇ ਸਮਾਜ ਨਾਲ ਜੁੜ ਕੇ ਧਰਮ ਛੱਡ ਦਿੱਤਾ, ਉਹ ਵੀ ਦੁਖੀ ਨੇ। ਤੁਹਾਨੂੰ ਕੋਈ ਸੁਖ ਹੀ ਨਹੀਂ ਮਿਲੇਗਾ। ਇੱਕ ਪਾਸੇ ਤੁਰਨ ਵਾਲਾ ਬੰਦਾ ਕਦੀ ਸੁਖੀ ਨਹੀਂ ਹੋ ਸਕਦਾ। ਜ਼ਿੰਦਗੀ ਦੇ ਜਿਹੜੇ ਨੇਮ ਨੇ, ਜਿਹੜਾ ਉਹਨੂੰ ਅਪਣਾਏਗਾ, ਉਹ ਹਮੇਸ਼ਾ ਸੁਖੀ ਰਹੇਗਾ। ਪਰ ਅਸੀਂ ਆਪਣੇ ਦੁੱਖ ਨੂੰ ਹਰ ਇੱਕ ਬੰਦੇ ਨੂੰ ਕਹਿੰਦੇ ਹਾਂ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਏ ਜਗ, ਉੱਚਾ ਚੜ੍ਹ ਕੇ ਦੇਖਿਆ ਕਰ ਕਰ ਇਹ ਅੱਗ। ਮੈਂ ਉੱਚਾ ਹੋ ਕੇ ਵੇਖਿਆ। ਮੈਂ ਪਹਿਲਾਂ ਸੋਚਦਾ ਸੀ ਮੈਂ ਦੁਖੀ ਹਾਂ, ਜਦੋਂ ਸੰਸਾਰ ਦੇ ਵਿੱਚ ਮੈਂ ਗਿਆ, ਲੋਕ ਮੇਰੇ ਕੋਲ ਆਉਣੇ ਸ਼ੁਰੂ ਹੋਏ, ਤਾਂ ਪਤਾ ਚੱਲਿਆ ਸਾਰਾ ਸੰਸਾਰ ਹੀ ਦੁਖੀ ਹੈ। ਮੇਰੇ ਵਾਲਾ ਦੁੱਖ ਇਸ ਨੂੰ ਵੀ ਹੈ। ਦੇਖੋ ਨਾ, ਇੱਕ ਮਾਤਾ ਦੂਜੀ ਮਾਤਾ ਨੂੰ ਆਖੇ ਮੇਰੀ ਨੂੰ ਇੱਦਾਂ ਕਰਦੀ, ਉਹ 10 ਗੱਲਾਂ ਆਪਣੀ ਨੂੰਹ ਦੀ ਦੱਸਦੀ ਹੈ। ਹੁੰਦਾ ਕਿ ਨਹੀਂ ਹੁੰਦਾ? ਦੱਸੋ ਬੀਬੀ, ਉਹ ਹੁੰਦਾ ਇੱਦਾਂ ਵੀ ਮੇਰੀ ਵੀ ਇੱਦਾਂ ਹੀ ਹੈ, ਮੇਰੀ ਵੀ ਘੱਟ ਕੋਈ ਨਹੀਂ। ਅਤੇ ਇੱਕ ਜਿਹੜੀ ਨੌਜਵਾਨ ਬੱਚੀ ਹੋਵੇ, ਉਹ ਕਹਿੰਦੀ ਮੇਰੀ ਸੱਸ ਇੱਦਾਂ ਦੀ ਹੈ, ਦੂਜੀ ਆਪਣੀ ਸਹੇਲੀ ਨੂੰ ਕਹਿੰਦੀ ਮੇਰੀ ਸੱਸ ਤੇਰੇ ਨਾਲੋਂ ਵੀ ਭੈੜੀ। ਇਹ ਸਮਾਜ ਦੀਆਂ ਕੁਰੀਤੀਆਂ ਹਨ, ਇਹ ਸਮਾਜ ਦੇ ਦੁਖਾਂਤ ਨੇ। ਅੱਜ ਦੀ ਤਾਰੀਖ ਦੇ ਵਿੱਚ ਮੇਰੇ ਗੁਰਦੇਵ ਪਿਤਾ ਕਹਿੰਦੇ ਨੇ ਕਿ ਜੀਵਨ ਦੇ ਵਿੱਚ ਰੱਬ ਨਾਲੋਂ ਟੁੱਟੇਗਾ ਅਤੇ ਤੇਰਾ ਇਹ ਹਾਲ ਹੋਣਾ। ਅਤੇ ਫਿਰ ਕਿਸੇ ਕੋਲ ਜਾ ਕੇ ਨਿਤ ਰੋਣ ਦਾ ਕੀ ਲਾਭ ਹੈ? ਕਿਉਂਕਿ ਦੁੱਖ ਤਾਂ ਵਿਛੋੜੇ ਦੇ ਕਾਰਨ ਹੈ। ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾਪਨ ਨਹੀਂ ਹੁਣ ਕਰ ਸਕਦਾ। ਵਿੱਚ ਨਾ ਕੋਈ ਕਰ ਸਕੇ, ਕਿਸ ਤੈ ਰੋਵੇਂ ਰੋਜ਼। ਵਿਛੋੜਾ ਦੂਰ ਹੋ ਗਿਆ, ਰੱਬ ਨਾਲ ਮਿਲਾਪ ਹੋ ਗਿਆ, ਅਤੇ ਸਾਰਾ ਕੁਝ ਉਹੀ ਪਰਿਵਾਰ ਚੰਗਾ ਲੱਗਣ ਲੱਗ ਪੈਂਦਾ, ਉਹੀ ਬੱਚੇ ਚੰਗੇ ਲੱਗਣ ਲੱਗ ਪੈਂਦੇ ਨੇ, ਉਹਨਾਂ ਦੇ ਸਾਰੇ ਖੋਟ ਖਤਮ ਹੋ ਜਾਂਦੇ ਨੇ। ਕਿਉਂਕਿ ਅਸੀਂ ਰੱਬ ਨਾਲੋਂ ਵਿਛੜੇ ਹੋਏ ਹਾਂ, ਇਸ ਕਰਕੇ ਸਾਰੇ ਮਾੜੇ ਨੇ। ਗੁਰੂ ਸਾਹਿਬ ਨੇ, ਗੁਰਦੇਵ ਨੇ ਆਖਿਆ, ਸੁਖੀਏ ਕਹਿ ਭਾਣੈ ਸਭ ਸੁਖੀਆ, ਰੋਗੀ ਕਹਿ ਭਾਣੈ ਸਭ ਰੋਗੀ। ਰੋਗੀ ਤਾਂ ਮੈਂ ਆਪ ਸੀ, ਮੈਂ ਸਭ ਨੂੰ ਰੋਗੀ ਸਮਝੀ ਬੈਠਾ ਸੀ। ਜਦੋਂ ਮੈਂ ਸੁਖੀ ਹੋ ਗਿਆ ਤਾਂ ਮੈਨੂੰ ਸਾਰੇ ਸੁਖੀ ਲੱਗਣ ਲੱਗ ਪਏ। ਸੁਖ ਕਦੋਂ? ਜਦੋਂ ਅਸੀਂ ਰੱਬ ਨਾਲ ਜੁੜ ਗਏ। ਦੁੱਖ ਕਦੋਂ? ਜਦੋਂ ਰੱਬ ਨਾਲੋਂ ਟੁੱਟੇ ਹੋਏ ਹਾਂ। ਇਸ ਕਰਕੇ ਗੁਰਦੇਵ ਪਿਤਾ ਆਖਣ ਲੱਗੇ, ਇਹ ਗੱਲ ਯਾਦ ਰੱਖੀ, ਅਤੇ ਇਹ ਤੇਰੇ ਹੀ ਆਪਣੇ ਕੀਤੇ ਕਰਮਾਂ ਦਾ ਦੋਸ਼ ਹੈ। ਕੀਤਾ ਕਿਛੂ ਨਾ ਹੋਵੇ, ਲਿਖਿਆ ਤੁਰ ਸੰਜੋਗ। ਪਿਛਲੇ ਕੀਤੇ ਕਰਮਾਂ ਅਨੁਸਾਰ ਮਹਾਰਾਜ ਕਹਿੰਦੇ ਧੁਰੋਂ ਹੀ ਲਿਖੇ ਲੇਖਾਂ ਦੀ ਇਹ ਵਿਧ ਆ ਬਣਦੀ ਹੈ। ਭਾਵ ਕਿ ਤੇਰੇ ਪਿਛਲੇ ਕਰਮ ਉਹਦੇ ਨਾਲ ਕੋਈ ਜੁੜੇ ਹੋਣਗੇ, ਕਿਉਂਕਿ ਸਾਡਾ ਸੰਬੰਧ ਹੀ ਇੱਦਾਂ ਦਾ ਹੈ। ਮਾਤ ਪਿਤਾ ਬੰਤਾ ਸਤ ਬੰਤਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਾਈ। ਪਿੱਛੇ ਕੁਛ ਉਹਦੇ ਨਾਲ ਤੂੰ ਮਾੜਾ ਕੀਤਾ ਹੋਣਾ, ਅੱਜ ਉਹ ਤੇਰੇ ਨਾਲ ਮਾੜਾ ਕਰਿਆ, ਬਦਲਾ ਲੈ ਰਿਹਾ। ਅਸੀਂ ਕਹਿੰਦੇ ਕਿਉਂ ਐਸਾ ਹੋ ਰਿਹਾ? ਐਸਾ ਇਸ ਕਰਕੇ ਹੀ ਹੋ ਰਿਹਾ ਕਿਉਂਕਿ ਅਸੀਂ ਪਹਿਲਾਂ ਕੀਤਾ ਹੋਣਾ ਕੁਛ। ਇਸ ਕਰਕੇ ਦਾਤਾਰ ਪਿਤਾ ਕਹਿੰਦੇ ਨੇ, ਪਿਛਲੇ ਕੀਤੇ ਕਰਮਾਂ ਅਨੁਸਾਰ ਤੁਰੋਂ ਲਿਖੇ ਹੋਏ ਲੇਖਾਂ ਦੀ ਵਿਧ ਆ ਬਣਦੀ ਹੈ। ਕੀਤਾ ਕਿਛੂ ਨਾ ਹੋਵੇ, ਲਿਖਿਆ ਤੁਰ। ਹੁਣ ਤੇਰਾ ਕੀਤਾ ਕੁਛ ਨਹੀਂ ਹੋ ਸਕਦਾ। ਆਪਾਂ ਸੋਚਦੇ ਨੇ ਵੀ ਹੁਣ ਕੁਛ ਹੋ ਜਾਏ, ਹੁਣ ਕੋਈ ਰਸਤਾ ਦੱਸੋ ਜੀ। ਜਦੋਂ ਆਪਾਂ ਫਸ ਜਾਂਦੇ ਨੇ, ਹੁਣ ਰਸਤਾ ਦੱਸੋ। ਪੈਸੇ ਫਸ ਗਏ ਕਿਤੇ, ਏਜੰਟ ਨੂੰ ਦੇ ਦਿੱਤੇ, ਹੁਣ ਦੱਸੋ ਜੀ ਕੋਈ ਰਸਤਾ। ਮੈਂ ਕੋਈ ਰਸਤਾ ਨਹੀਂ ਬਚਿਆ। ਮੇਰੇ ਕੋਲ ਬੜੇ ਗਿਆਨੀਆਂ ਦੇ ਫੋਨ ਆਉਂਦੇ ਨੇ, ਬੜੇ ਪਾਠੀ ਸਿੰਘਾਂ ਦੇ ਫੋਨ ਆਉਂਦੇ ਨੇ, ਭਾਈ ਸਾਹਿਬ ਫਲਾਣੇ ਏਜੰਟ ਨੂੰ ਪੈਸੇ ਦੇ ਦਿੱਤੇ, ਹੁਣ ਕੋਈ ਰਸਤਾ ਦੱਸੋ, ਬਾਹਰ ਜਾਣਾ ਸੀ।
क्योंकि हुण कोई रस्ता नहीं है, रस्ते सारे बंद हो गए। ਏਜੰਟ ਤਾਂ ਆਪਣਾ ਜੋ ਬੋਰੀਆ ਬਿਸਤਰਾ ਚੁੱਕ ਕੇ ਭੱਜ ਚੁੱਕਿਆ ਇੱਥੋਂ। ਮੈਨੂੰ ਪੁੱਛ ਇੱਕ ਗੁਰਸਿੱਖ ਪਿਆਰ ਕਰਦਾ ਸੀ, ਮੇਰੇ ਕੋਲ ਆਇਆ, ਕਹਿੰਦਾ ਗਿਆਨ ਜੀ ਦੱਸੋ ਕਿ ਮੈਂ 3.5 ਲੱਖ ਰੁਪਏ ਬਾਹਰ ਜਾਣ ਨੂੰ ਦਿੱਤਾ ਸੀ, ਕੁਝ ਬਣ ਸਕਦਾ? ਪੈਸੇ ਫਸ ਗਏ, ਕਰਜ਼ੇ ਤੋਂ ਲਏ ਸਨ। ਮੈਂ ਕਿ ਹੁਣ ਕੁਝ ਨਹੀਂ ਬਣ ਸਕਦਾ, ਉਹ ਤੇ ਬਾਹਰ ਲੰਘ ਗਿਆ, ਤੈਨੂੰ ਲੱਭਣਾ ਕੋਈ ਨਹੀਂ ਹੁਣ। ਇਹ ਸਾਡੀ ਹਾਲਾਤ ਹੈ। ਜਦੋਂ ਸਭ ਕੁਝ ਹੋ ਜਾਂਦਾ ਫਿਰ ਬਾਅਦ ਦੇ ਵਿੱਚ ਅਸੀਂ ਦੱਸਦੇ ਹਾਂ, ਪਹਿਲਾਂ ਕਿਸੇ ਨਾਲ ਸਲਾਹ ਨਹੀਂ ਕਰਦੇ। ਸਾਡੀ ਜ਼ਿੰਦਗੀ ਕੋਈ ਤਾਂ ਸਲਾਹਕਾਰ ਹੋਏਗਾ, ਕੋਈ ਜਿਹਦੇ ਉੱਤੇ ਅਸੀਂ ਭਰੋਸਾ ਕਰਦੇ ਹੋਈਏ। ਕਿਸੇ ਨਾਲ ਤਾਂ ਆਪਾਂ ਸਲਾਹ ਕਰਦੇ ਹਾਂ ਨਾ ਵੀ ਇਹ ਕੰਮ ਕਰੀਏ ਨਾ ਕਰੀਏ। ਪਰ ਜਦੋਂ ਸਭ ਕੁਝ ਹੋ ਜਾਂਦਾ ਬਾਅਦ 'ਚ ਅਸੀਂ ਰੋਣਾ ਸ਼ੁਰੂ ਕਰ ਦਿੰਦੇ ਹਾਂ। ਪਹਿਲਾਂ ਜੋ ਕਰ ਰਿਹਾ ਸੀ ਉਸ ਵੇਲੇ ਤੂੰ ਚੋਰੀ ਨਾਲ ਕੀਤਾ ਹੈ ਨਾ, ਪੁੱਛ ਕੇ ਤਾਂ ਨਹੀਂ ਕੀਤਾ, ਸਮਝਦਾਰੀ ਨਾਲ ਤਾਂ ਨਹੀਂ ਕੀਤਾ। ਇਸ ਕਰਕੇ ਗੁਰਦੇਵ ਪਿਤਾ ਸਾਨੂੰ ਇਹ ਸਾਰੀਆਂ ਗੱਲਾਂ ਸਮਝਾ ਰਹੇ ਨੇ। ਕੀਤਾ ਕਿਛੂ ਨਾ ਹੋਵੇ, ਲਿਖਿਆ ਤੁਰ ਸੰਜੋਗ। ਹਾਂ, ਕਹਿਣ ਲੱਗੇ ਵੱਡ ਭਾਗੀ ਮੇਰਾ ਪ੍ਰਭ ਮਿਲੈ। ਜੇ ਭਾਗ ਜਾਗ ਪੈਣ, ਵੱਡੇ ਭਾਗਾਂ ਨਾਲ ਮੇਰਾ ਪ੍ਰਭੂ ਮਿਲ ਪਏ ਤਾਂ ਉਤਰੈ ਸਭ ਵਿਯੋਗ। ਜਿਹੜਾ ਵਿਛੋੜਾ ਸੀ ਪਰਮੇਸ਼ਰ ਨਾਲੋਂ ਉਹ ਦੂਰ ਹੋ ਜਾਏ। ਫਿਰ ਕੀ ਹੋਏਗਾ? ਜਦੋਂ ਵਿਛੋੜਾ ਦੂਰ ਹੋ ਗਿਆ, ਤੂੰ ਅਰਦਾਸ ਕਰਨ ਜੋਗਾ ਹੋਏਗਾ। ਤੈਨੂੰ ਅਹਿਸਾਸ ਹੋ ਗਿਆ ਵੀ ਹਾਂ ਹੁਣ ਵਾਹਿਗੁਰੂ ਜੀ ਦੀ ਝਲਕ ਪੈਣੀ ਸ਼ੁਰੂ ਹੋ ਗਈ। ਤੂੰ ਅਰਦਾਸ ਕਰੇਂਗਾ। ਜਦੋਂ ਤੱਕ ਰੱਬ ਦਿਖ ਨਹੀਂ ਰਿਹਾ ਕਿਹਦੇ ਅੱਗੇ ਅਰਦਾਸ ਕਰਾਂਗੇ? ਰੱਬ ਦਾ ਅਨੁਭਵ ਨਹੀਂ ਆ ਰਿਹਾ, ਕਿਹਦੇ ਅੱਗੇ ਬੇਨਤੀ ਕਰੋਗੇ? ਇੱਕ ਅਨੁਭਵ ਤਾਂ ਲੈਣਾ ਪਏਗਾ ਨਾ। ਜਿਸ ਦਿਨ ਰੱਬੀ ਅਨੁਭਵ ਆਰੰਭ ਹੋ ਗਿਆ, ਹਾਂ ਤੂੰ ਹੈ, ਤੂੰ ਹੀ ਕਰ ਰਿਹਾ। ਕਬੀਰ ਸਾਹਿਬ ਜੀ ਵਾਂਗ, ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ, ਜੋ ਕਿਸ ਕੀਆ ਸੋ ਹਰ ਕੀਆ ਕਹਿਤ ਕਬੀਰ ਕਬੀਰ। ਜਦੋਂ ਇਹ ਗੱਲ ਅਹਿਸਾਸ ਹੋਈ ਫਿਰ ਅਰਦਾਸ ਕਰਾਂਗੇ, ਨਾਨਕ ਕੋ ਪ੍ਰਭ ਰਾਖ ਲੇ। ਹੇ ਪ੍ਰਭੂ, ਨਾਨਕ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਖ ਰਹੇ ਨੇ, ਤੂੰ ਹੇ ਪ੍ਰਭੂ ਮੈਨੂੰ ਰੱਖ ਲੈ। ਭਾਵ ਕਿ ਆਪਣੇ ਚਰਨਾਂ ਨਾਲ ਜੋੜ ਲੈ। ਮੇਰੇ ਸਾਹਿਬ ਬੰਦੀ ਬੋਚ, ਹੇ ਮੇਰੇ ਸਾਹਿਬ ਬੰਧਨਾਂ ਨੂੰ ਕੱਟਣ ਵਾਲੇ ਰੱਬ ਜੀ, ਮੈਨੂੰ ਸਾਰੇ ਬੰਧਨਾਂ ਤੋਂ ਬਚਾ ਲੈ। ਤੂੰ ਸਾਰੇ ਬੰਧਨ ਕੱਟਣ ਵਾਲਾ ਹੈ। ਤੇ ਕੱਤਕ ਹੋਵੇ ਸਾਧ ਸੰਗ। ਮਹਾਰਾਜ ਕਹਿੰਦੇ ਕੱਤਕ ਮਹੀਨੇ ਵਿੱਚ ਜਿਹੜਾ ਜੀਵ ਗੁਰੂ ਦੀ ਸੰਗਤ ਨਾਲ ਜੁੜੇਗਾ, ਗੁਰੂ ਦਾ ਸੰਗ ਕਰੇਗਾ, ਵਿਨਸੈ ਸਭੇ ਸੋਚ। ਸੋਚ ਦਾ ਅਰਥ ਹੁੰਦਾ ਚਿੰਤਾਵਾਂ, ਫਿਕਰ, ਝੋਰੇ। ਕਹਿੰਦੇ ਤੇਰੇ ਸਾਰੇ ਝੋਰੇ, ਸਾਰੀ ਚਿੰਤਾਵਾਂ ਵਿਨਸ ਜਾਣਗੀਆਂ ਜਦੋਂ ਆਪਾਂ ਗੁਰੂ ਦੀ ਸੰਗਤ ਵਿੱਚ ਆ ਜਾਵਾਂਗੇ। ਵਿਛੋੜੇ ਵਾਲੇ ਜਿਤਨੇ ਚਿੰਤਾ ਝੋਰੇ ਨੇ ਸਾਰੇ ਦੂਰ ਹੋ ਜਾਣਗੇ। ਅਹਿਸਾਸ ਹੋ ਜਾਵੇਗਾ ਵੀ ਜੋ ਪਿਛਲੇ ਕਰਮ ਕੀਤੇ ਨੇ ਹੁਣ ਭੋਗ ਰਿਹਾ ਹਾਂ, ਮੇਰੇ ਹੀ ਕੀਤੇ ਕਰਮ ਹਨ। ਅੱਜ ਮੈਂ ਹੁਣ ਚੰਗੇ ਕਰਮ ਗੁਰੂ ਦੀ ਪ੍ਰੇਰਨਾ ਨਾਲ ਕਰ ਰਿਹਾ ਹਾਂ ਤਾਂ ਅੱਗੇ ਗੁਰੂ ਕਿਰਪਾ ਕਰੇਗਾ, ਸੁਖ ਵੀ ਪ੍ਰਾਪਤ ਹੋਏਗਾ। ਫਿਰ ਜੋ ਅਸੀਂ ਉਸ ਜੀਵਨ ਨੂੰ ਮਾਣ ਸਕਾਂਗੇ ਜਿਹੜਾ ਜੀਵਨ ਅੱਜ ਦੇ ਸ਼ਬਦ ਰਾਹੀਂ ਗੁਰਦੇਵ ਪਿਤਾ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਯਾਦ ਰੱਖਿਓ, ਜਦੋਂ ਆਪਾਂ ਗੁਰੂ ਕੀ ਸੰਗਤ ਵਿੱਚ ਆਉਂਦੇ ਹਾਂ, ਗੁਰੂ ਸ਼ਬਦ ਨਾਲ ਜੁੜਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਇਹ ਤਬਦੀਲੀ ਆਉਂਦੀ ਹੈ ਕਿ ਸਾਡੇ ਜੀਵਨ ਦੇ ਚਿੰਤਾ, ਝੋਰੇ, ਫਿਕਰ ਜੋ ਅਜਾਈਂ ਕਰੀ ਜਾ ਰਹੇ ਸਨ, ਹੁਣ ਅਹਿਸਾਸ ਹੋ ਗਿਆ, ਅੰਦਰ ਗੱਲ ਸਮਝ ਵਿੱਚ ਆ ਗਈ ਕਿ ਜੀਉ ਤਪਤ ਹੈ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲਾਏ। ਬਹੁਤਾ ਬੋਲਣ ਝੱਕਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਫਿਰ ਅਸੀਂ ਝੱਕ ਨਹੀਂ ਮਾਰਾਂਗੇ, ਫਿਰ ਰੋਵਾਂਗੇ ਨਹੀਂ, ਫਿਰ ਕਬੂਲ ਕਰਾਂਗੇ ਦੁੱਖ ਆਇਆ ਤੇ ਮੇਰੇ ਕਰਮ ਨੇ। ਫਿਰ ਨਹੀਂ ਕਹਾਂਗੇ ਰੱਬ ਨੂੰ ਸੁੱਖ ਹੈ ਤੇ ਮਹਾਰਾਜ ਤੂੰ ਚੰਗੇ ਕਰਮ ਕਰਾਏ, ਅੱਜ ਸੁੱਖ ਭੋਗ ਰਹੇ ਹਾਂ। ਇਹ ਚਿੰਤਾਵਾਂ, ਇਹ ਝੋਰੇ ਸੰਸਾਰ ਦੇ ਸਾਰੇ ਮਿਟ ਜਾਣਗੇ। ਗੁਰੂ ਕਿਰਪਾ ਕਰੇ ਕਿਤੇ ਸਾਨੂੰ ਵੀ ਸਤਸੰਗਤ ਦੀਆਂ ਘੜੀਆਂ ਗੁਰਦੇਵ ਪਿਤਾ ਬਖਸ਼ਦੇ ਰਹਿਣ। ਸਤਸੰਗਤ ਕਰੀਏ, ਉਦਮ ਕਰਿਆ ਕਰੋ। ਉਦਮ ਕਰੇਂਦਿਆਂ ਜਿਉ ਤੂੰ ਕਮਾਵੰਦਿਆਂ ਸੁਖ ਪਹੁੰਚ, ਤੇ ਆਇੰਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਦ। ਆਓ ਇੱਕ ਵਾਰੀ ਸਾਰੇ ਪਾਠ ਕਰ ਲਓ ਤਾਂ ਕਿ ਸਾਰਿਆਂ ਦੇ ਜ਼ਬਾਨ 'ਤੇ ਸ਼ਬਦ ਚੜ੍ਹ ਸਕੇ ਅਤੇ ਜੋ ਵਿਚਾਰਿਆ ਉਹ ਸਾਡੇ ਜ਼ਿਹਨ 'ਚ ਬਸ ਜਾਏ। ਕਤਿਕ ਕਰਮ ਕਮਾਵਣੇ, ਕਤਿਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ, ਵਿਆਪਨ ਸਭੇ ਰੋਗ। ਬੇਮੁਖ ਹੋਏ RAM ਤੇ, ਬੇਮੁਖ ਹੋਏ RAM ਤੇ, ਲਗਨ ਜਨਮ ਵਿਜੋਗ, ਲਗਨ ਜਨਮ ਵਿਜੋਗ। ਖਿਨ ਮੈਂ ਕੋੜੇ ਹੋਏ ਗਏ, ਖਿਨ ਮੈਂ ਕੋੜੇ
ਵਿਛੋੜੇ ਹੋਏ ਗਏ ਜਿਤੜੇ ਮਾਇਆ ਭੋਗ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਮੈ ਰੋਜ ਕਿਸ ਤੈ ਰੋਵੈ ਰੋਜ ਕੀਤਾ ਕਿਛੂ ਨਾ ਹੋਵਈ ਕੀਤਾ ਕਛੂ ਨ ਹੋਵਈ ਕੀਤਾ ਕਿਛੂ ਨਾ ਹੋਵਈ ਕੀਤਾ ਕਛੂ ਨ ਹੋਵਈ ਲਿਖਿਆ ਤੁਰ ਸੰਜੋਗ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਵਡ ਭਾਗੀ ਮੇਰਾ ਪ੍ਰਭ ਮਿਲੈ ਉਤਰੈ ਸਭ ਵਿਯੋਗ ਤਾਂ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲਹਿ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੈ ਸਾਧ ਸੰਗ ਕਤਿਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ ਬਿਨਸੈ ਸਭੇ ਸੋਚ ਕਤਿਕ ਹੋਵੈ ਸਾਧ ਸੰਗ ਕਤਿਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ ਬਿਨਸੈ ਸਭੇ ਸੋਚ। ਸੋ ਮਹਾਰਾਜ ਕਿਰਪਾ ਕਰਨ ਇਹ ਵਿਚਾਰ ਸਾਡੇ ਜੀਵਨ 'ਚ ਵਸ ਜਾਏ। ਕਰਮ ਅੱਗੇ ਕਰੀਏ ਤਾਂ ਸੁਚੇਤ ਹੋ ਕੇ ਕਰੀਏ। ਪਿੱਛੇ ਜੋ ਹੋ ਚੁੱਕਿਆ ਹੈ ਉਸ ਦਾ ਫਲ ਸਾਨੂੰ ਮਿਲਣਾ ਹੀ ਮਿਲਣਾ ਹੈ। ਬਸ ਜਦੋਂ ਦੁੱਖ ਆਏਗਾ ਜੇ ਸੰਗਤ ਕਰਾਂਗੇ ਦੁੱਖ ਨੂੰ ਸਹਿਣ ਕਰ ਸਕਾਂਗੇ। ਚਿੰਤਾਵਾਂ ਹੋਣਗੀਆਂ ਉਹਨਾਂ ਨੂੰ ਜਰ ਸਕਾਂਗੇ। ਸੰਗਤ ਦੀ ਬਰਕਤ ਦੇ ਨਾਲ ਜੀਵਨ ਸਾਡੇ ਵਿੱਚ ਜੋ ਵਰਤਾਰਾ ਵਰਤਿਆ ਹੈ ਉਹਨੂੰ ਸਹਿਣ ਕਰਨ ਦੀ ਸਮਝ ਆਉਂਦੀ ਹੈ। ਅੱਜ ਸੁਚੇਤ ਹੋ ਕੇ ਕੰਮ ਕਰਾਂਗੇ ਅਗਲਾ ਜੀਵਨ ਸਵੱਲਾ ਤੇ ਸੋਹਣਾ ਬਣ ਜਾਏਗਾ। ਇਹ ਗੁਰਦੇਵ ਨੇ ਸਾਨੂੰ ਸਮਝਾਇਆ। ਇਤਨੀਆਂ ਬੇਨਤੀਆਂ ਪ੍ਰਵਾਨ। ਆਓ ਆਨੰਦ ਸਾਹਿਬ ਦਾ ਪਾਠ ਸਰਬਤ ਦੇ ਭਲੇ ਲਈ ਅਰਦਾਸ ਕਰੀਏ। ਫਤਿਹ ਦੀ ਸਾਨ ਕਰੋ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।